हाँ जी, सत श्री अकाल जी सारिਆਂ ਨੂੰ। ਤੇ ਅੱਜ ਜਿਹੜੀ ਵੀਡੀਓ ਉਹ ਹੈਗੀ ਆ ਕਿ ਇੰਡੀਆ ਤੋਂ ਇਲਾਵਾ ਜੇ ਤੁਸੀਂ ਅਰਬ ਕੰਟਰੀ 'ਚ ਆ ਜਾਂ ਤੁਸੀਂ ਸਿੰਗਾਪੁਰ ਮਲੇਸ਼ੀਆ ਜਾਂ ਕਿਸੇ ਹੋਰ ਕੰਟਰੀ 'ਚ ਆ, ਇੰਡੀਆ ਪਾਕਿਸਤਾਨ ਇਹ ਤੋਂ ਇਲਾਵਾ, ਤੇ ਉੱਥੋਂ ਤੁਸੀਂ ਰਮਾਨੀਆ ਦਾ ਵਰਕ ਪਰਮਿਟ ਕਿੱਦਾਂ ਲੈ ਸਕਦੇ ਆ। ਤੇ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ, ਸਾਰਾ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਜਾਊਗੀ। ਤੇ ਕਿਹੜੇ ਕਿਹੜੇ ਜਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਆ ਇਸ ਵਾਸਤੇ ਉਹ ਆਪਾਂ ਸਾਰਾ ਦੱਸ ਦਿੰਦੇ ਆ ਤੁਹਾਨੂੰ। ਸਭ ਤੋਂ ਪਹਿਲਾਂ ਜੇ ਤੁਸੀਂ ਅਰਬ ਕੰਟਰੀ 'ਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆ, ਉਹਦੇ ਵਿੱਚ ਜਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੇ ਆ, ਜਿਹੜਾ ਤੁਹਾਡਾ ਪਾਸਪੋਰਟ ਆ ਉਹ 6 ਮਹੀਨੇ ਤੋਂ ਜ਼ਿਆਦਾ ਵੈਲਿਡ ਹੋਣਾ ਚਾਹੀਦਾ ਵਾ, 6 ਮਹੀਨੇ ਤੱਕ ਵੈਲਿਡ ਹੋਣਾ ਚਾਹੀਦਾ ਵਾ। ਫਿਰ ਜਿਹੜੀਆਂ ਫੋਟੋ ਪਾਸਪੋਰਟ ਸਾਈਜ਼ ਫੋਟੋ ਆ ਉਹ ਲੱਗਦੀਆਂ ਵਾ। ਇਸ ਤੋਂ ਬਾਅਦ PCC ਲੱਗਦੀ ਆ, ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਜਿਹੜਾ ਉਹ ਲੱਗਦਾ ਵਾ ਰੋਮਾਨੀਆ ਵਾਸਤੇ, ਉਹ ਜ਼ਰੂਰੀ ਆ ਤੁਸੀਂ ਕਿਸੇ ਵੀ ਕੰਟਰੀ 'ਚ ਆ। ਅਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਕਿ ਤੁਸੀਂ ਕਿਸੇ ਕੰਪਨੀ ਨਾਲ ਕੰਟੈਕਟ ਕਰਨਾ ਵਾ ਜਾਂ ਤੁਹਾਡਾ ਕੰਟੈਕਟ ਕੋਈ ਕਰਾ ਦੇਵੇ। ਇਹਦੇ ਵਾਸਤੇ ਦੋ ਚੀਜ਼ਾਂ, ਜਾਂ ਤਾਂ ਤੁਸੀਂ ਨੈੱਟ ਤੋਂ ਆਪ ਸਰਚ ਕਰੋ ਕੰਪਨੀ, ਕਿਉਂਕਿ ਜੋਬ ਇਨ ਰੋਮਾਨੀਆ ਲਿਖ ਲਓ, ਜਾਂ ਇੱਦਾਂ ਦੀਆਂ ਬਹੁਤ ਸਾਰੀਆਂ ਵੈਬਸਾਈਟਾਂ ਹੈਗੀਆਂ ਰੋਮਾਨੀਆ ਦੀਆਂ। ਅਤੇ ਉਹਨਾਂ 'ਤੇ ਮੈਂ ਇੱਕ ਵੀਡੀਓ ਵੀ ਬਣਾਈ ਸੀ, ਅਤੇ ਮੈਂ ਆਈ ਬਟਨ 'ਤੇ ਉਹਦਾ ਲਿੰਕ ਦੇ ਦੂੰਗਾ ਅਤੇ ਤੁਸੀਂ ਉਹ ਦੇਖ ਲਿਓ। ਅਤੇ ਜਾਂ ਤਾਂ ਉਹਨਾਂ ਨਾਲ ਕੰਟੈਕਟ ਕਰ ਲਓ, ਜਾਂ ਫਿਰ ਇੱਥੇ ਏਜੰਸੀਆਂ ਵਾ ਅਤੇ ਏਜੰਸੀਆਂ ਨਾਲ ਕੰਟੈਕਟ ਕਰ ਲਓ। ਅਤੇ ਮੈਨੂੰ ਕਹਿਣਾ ਪੈ ਰਿਹਾ ਕਿ ਏਜੰਸੀਆਂ ਨਾਲ ਕੰਟੈਕਟ ਕਰ ਲਓ, ਕਿਉਂਕਿ ਏਜੰਸੀਆਂ ਇੱਥੇ ਬਹੁਤੀਆਂ ਵਧੀਆ ਨਹੀਂ ਹੈਗੀਆਂ। ਜਾਂ ਫਿਰ ਤੁਹਾਡਾ ਕੋਈ ਜਿਹੜਾ ਰਿਸ਼ਤੇਦਾਰ, ਯਾਰ ਦੋਸਤ ਕੋਈ ਵੀ ਰੋਮਾਨੀਆ ਵਿੱਚ ਹੈਗਾ ਵਾ, ਅਤੇ ਤੁਸੀਂ ਉਹਦੀ ਹੈਲਪ ਲੈ ਸਕਦੇ ਆ ਕਿ ਉਹ ਤੁਹਾਨੂੰ ਕਿਸੇ ਕੰਪਨੀ ਦੇ ਵਿੱਚ ਤੁਹਾਡੀ CV ਦੇ ਕੇ ਅਤੇ ਤੁਹਾਡਾ ਜਿਹੜਾ ਵਾ ਜੋਬ ਆਫਰ ਲੈਟਰ ਕਢਵਾ ਦੇਵੇ। ਸੋ ਇਹ ਚੀਜ਼ਾਂ ਵਾ। ਅਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਤੁਸੀਂ ਆਪਣੀ CV ਇੱਕ ਬਣਾਉਣੀ ਹੈ। ਜਿਹੜਾ ਤੁਸੀਂ ਕੰਮ ਕਰਦੇ ਹੋ ਉਹ ਸਾਰਾ ਕੁਛ ਇੱਕ CV ਬਣਾ ਕੇ ਤੁਸੀਂ ਕਿਸੇ ਕੰਪਨੀ ਨਾਲ ਕੰਟੈਕਟ ਜੇ ਤੁਸੀਂ ਕੀਤਾ ਵਾ ਜਾਂ ਕਿਸੇ ਏਜੰਸੀ ਨਾਲ ਕੀਤਾ ਵਾ, ਉਹਨੂੰ ਭੇਜਣੀ ਆ। ਭੇਜਣ ਤੋਂ ਬਾਅਦ ਏਜੰਸੀ, ਜਾਂ ਜੇ ਤਾਂ ਏਜੰਸੀ ਕੋਲ ਗਿਆ ਵਾ, ਪਹਿਲਾਂ ਤਾਂ ਏਜੰਸੀ ਤੁਹਾਡੇ ਨਾਲ ਪੈਸੇ ਧੇਲੇ ਦੀ ਗੱਲ ਕਰੂਗੀ ਸਾਰੀ, ਕਿ ਇੰਨੇ ਅਸੀਂ ਪੈਸੇ ਲੈਣੇ ਆ, ਇੰਨੇ ਤੁਸੀਂ ਇੱਦਾਂ ਦਿਓ, ਇੰਨੇ ਪਹਿਲੋਂ ਦਿਓ। ਅਤੇ ਜੇ ਤੁਸੀਂ ਲੱਕੀ ਹੋ ਕਿਸਮਤ ਨਾਲ, ਜੇ ਤੁਸੀਂ ਸਿੱਧਾ ਹੀ ਤੁਹਾਡੀ ਕਿਸੇ ਕੰਪਨੀ ਨਾਲ ਗੱਲ ਹੋ ਗਈ ਹੈ, ਉਹਨੂੰ ਕੋਈ ਬੰਦਾ, ਮਤਲਬ ਉਹਨਾਂ ਨੂੰ ਬੰਦੇ ਚਾਹੀਦੇ ਆ, ਜਾਂ ਮਤਲਬ ਤੁਹਾਡੀ ਜਿਹੜੀ CV ਦੇਖ ਕੇ ਉਹ ਸੋਚਦੀ ਆ ਕਿ ਹਾਂ ਵੀ ਇਹ ਬੰਦਾ ਸਾਡੇ ਕੰਮ ਦਾ, ਇਹਨੂੰ ਚਾਹੀਦਾ ਵਾ, ਫਿਰ ਤੁਹਾਨੂੰ ਪੈਸੇ ਦੇਣ ਦੀ ਬਿਲਕੁਲ ਲੋੜ ਨਹੀਂ ਆ। ਫਿਰ ਉਹ ਤੁਹਾਨੂੰ ਜੋਬ ਆਫਰ ਲੈਟਰ ਉਹ ਭੇਜ ਦੇਣਗੇ, ਠੀਕ ਆ। ਅਤੇ ਜੋਬ ਆਫਰ ਲੈਟਰ ਹੁੰਦਾ ਵਾ, ਠੀਕ ਆ, ਉਹਦੇ ਵਿੱਚ ਜੇ ਸਾਰਾ ਕੁਝ ਲਿਖਿਆ ਹੁੰਦਾ ਵਾ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਸੈਲਰੀ ਲਿਖੀ ਹੁੰਦੀ ਆ ਕਿ ਅਸੀਂ ਇਸ ਕੰਮ ਦੀ ਤੁਹਾਨੂੰ ਇੰਨੀ ਸੈਲਰੀ ਦਿਆਂਗੇ, ਇੰਨੇ ਘੰਟੇ ਤੁਸੀਂ ਕੰਮ ਕਰਨਾ ਵਾ, ਅਕੋਮੋਡੇਸ਼ਨ ਸਾਡੀ ਹੋਊਗੀ, ਖਾਣਾ ਸਾਡਾ ਹੋਊਗਾ, ਜਾਂ ਫਿਰ ਖਾਣੇ ਦੇ ਪੈਸੇ ਦਿੱਤੇ ਜਾਣਗੇ। ਇਹ ਚੀਜ਼ਾਂ। ਇਹ ਤੋਂ ਬਾਅਦ ਜੇ ਤੁਸੀਂ ਮਤਲਬ ਤੁਹਾਡਾ ਕੰਮ ਦੂਰ ਆ ਅਤੇ ਉਹਦੀ ਜਿਹੜੀ ਟਰਾਂਸਪੋਰਟੇਸ਼ਨ ਆ ਉਹ ਸਾਰੀ ਅਸੀਂ ਕਰਾਂਗੇ। ਸੋ ਇੱਦਾਂ ਦੀਆਂ ਚੀਜ਼ਾਂ। ਅਤੇ ਉਹਦੇ ਵਿੱਚ ਇਹ ਵੀ ਹੁੰਦਾ ਕਿ ਅਸੀਂ ਛੁੱਟੀ ਕਿੰਨੇ ਸਾਲ ਬਾਅਦ ਤੁਹਾਨੂੰ ਦੇਵਾਂਗੇ, ਜਾਂ ਸਾਨੂੰ ਟਿਕਟ ਦਿਆਂਗੇ ਜਾਂ ਨਹੀਂ ਦਿਆਂਗੇ। ਤਕਰੀਬਨ ਹੁਣ ਟਿਕਟਾਂ ਨਹੀਂ ਦਿੰਦੀਆਂ ਕੰਪਨੀਆਂ ਇੱਥੇ ਛੁੱਟੀ ਜਾਣ ਵਾਸਤੇ, ਜਿੰਨਾ ਵੀ ਤੁਹਾਡਾ ਐਗਰੀਮੈਂਟ ਹੈ। ਜਾਂ ਤੁਹਾਡੇ ਨਾਲ 1 ਸਾਲ ਦਾ ਐਗਰੀਮੈਂਟ ਕਰਦੇ ਆ, ਉਹ 2 ਸਾਲ ਦਾ, ਜਾਂ ਜਿੱਦਾਂ ਵੀ ਆ, ਉਹ ਸਾਰਾ ਕੁਝ ਉਹਦੇ ਜੋਬ ਆਫਰ ਲੈਟਰ 'ਤੇ ਲਿਖਿਆ ਹੁੰਦਾ ਵਾ। ਉਹ ਤੁਸੀਂ ਪੜ੍ਹਨਾ ਵਾ। ਪੜ੍ਹਨ ਤੋਂ ਬਾਅਦ ਜੇ ਤੁਹਾਨੂੰ ਲੱਗਾ ਵੀ ਹਾਂ ਵੀ ਇਹ ਠੀਕ ਆ, ਫਿਰ ਤੁਸੀਂ ਸਾਈਨ ਕਰਨੇ ਹੁੰਦੇ ਆ, ਵਾਪਸ ਉਹਨਾਂ ਨੂੰ ਭੇਜ ਦੇਣਾ ਹੁੰਦਾ। ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਕੰਪਨੀ ਆਪਣੇ ਕੰਟੈਕਟ ਨੰਬਰ ਵੀ ਦਿੰਦੀ ਆ ਕਿ ਆਹ ਸਾਡੇ ਕੰਟੈਕਟ ਨੰਬਰ ਆ, ਕੋਈ ਵੀ ਤੁਹਾਨੂੰ ਗੱਲ ਹੋਵੇ, ਕੁਝ ਵੀ ਹੋਵੇ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਇੱਦਾਂ ਦੀ ਚੀਜ਼ਾਂ। ਜਾਂ ਏਜੰਸੀ ਤੁਹਾਨੂੰ ਕੰਟੈਕਟ ਨੰਬਰ ਦਿੰਦੀ ਹੈ। ਏਜੰਸੀ ਦਾ ਇਹ ਆ ਕਿ ਜੇ ਤੁਸੀਂ ਏਜੰਸੀ ਨਾਲ ਤੁਹਾਡੀ ਡੀਲ ਹੋ ਜਾਂਦੀ ਆ, ਉਸ ਤੋਂ ਬਾਅਦ ਏਜੰਸੀ ਨੂੰ ਤੁਸੀਂ CV ਭੇਜ ਦਿੰਦੇ ਆ। ਏਜੰਸੀ ਪਹਿਲਾਂ ਕੰਪਨੀ ਲੱਭੂਗੀ, ਲੱਭਣ ਤੋਂ ਬਾਅਦ ਉੱਥੇ ਤੁਹਾਡੀ CV ਦੇਊਗੀ, ਜਾਂ ਤੁਹਾਨੂੰ ਕਹਿਣਗੇ ਸਾਨੂੰ ਵੀਡੀਓ ਬਣਾ ਕੇ ਭੇਜ, ਜਿੱਦਾਂ ਵੀ ਆ। ਇੱਦਾਂ ਕੰਪਨੀਆਂ ਵੀ ਕਹਿੰਦੀਆਂ, ਅਤੇ ਵੀ ਕਿਉਂਕਿ ਤਕਰੀਬਨ ਇੰਟਰਵਿਊ ਲੈਣ ਨਹੀਂ ਹੁਣ ਇੱਥੋਂ ਕੋਈ ਵੀ ਡੈਲੀਗੇਸ਼ਨ ਜਾਂਦਾ ਇੰਡੀਆ ਨੂੰ, ਬਹੁਤ ਘੱਟ ਚਾਂਸ ਆ। ਅਤੇ ਕਿਉਂਕਿ ਇੰਡੀਆ ਦੇ ਹਾਲਾਤਾਂ ਦੇ ਹਿਸਾਬ ਨਾਲ ਇਹ ਨਹੀਂ ਜਾਂਦੇ ਹੈਗੇ। ਅਤੇ ਇਹ ਕੀ ਕਰਦੇ ਆ, ਵੀਡੀਓ ਦਿਖਾ ਦਿੰਦੇ ਆ ਕਿ ਆਹ ਬੰਦਾ ਵਾ, ਆਹ ਵੀਡੀਓ ਇਹਦੀ। ਸੋ ਇੱਦਾਂ ਦੀਆਂ ਚੀਜ਼ਾਂ ਵਾ। ਅਤੇ ਉਹ ਫਿਰ ਉਸ ਹਿਸਾਬ ਨਾਲ ਤੁਹਾਡੀ ਜਿਹੜੀ ਆ ਉਹ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਆ। ਅਤੇ ਜੇ ਤੁਸੀਂ ਏਜੰਸੀ ਸਾਰੀ ਵੀਡੀਓ ਦਿਖਾਉਂਦੀ ਆ, ਜੇ ਕਿਸੇ ਕੰਪਨੀ ਨੂੰ ਤੁਹਾਡਾ ਕੰਮ ਪਸੰਦ ਆਉਂਦਾ, ਅਤੇ ਉਹ ਤੁਹਾਨੂੰ ਸਿਲੈਕਟ ਕਰ ਲੈਂਦੇ ਆ। ਉਹ ਤੋਂ ਬਾਅਦ ਸੇਮ ਹੀ ਜੋਬ ਆਫਰ ਲੈਟਰ ਉਹ ਭੇਜ ਦਿੰਦੇ ਆ। ਉਹਨੂੰ ਭੇਜਣ ਤੋਂ ਬਾਅਦ ਸਭ ਤੋਂ ਜ਼ਰੂਰੀ ਆ ਕਿ ਪਾਸਪੋਰਟ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਕਦੋਂ ਵੀ ਤੁਹਾਨੂੰ ਲੋੜ ਪੈ ਸਕਦੀ ਹੈ। ਮੰਨ ਲਓ ਹੁਣ ਮੈਂ ਤੁਹਾਨੂੰ ਜਦੋਂ ਜੋਬ ਆਫਰ ਲੈਟਰ ਦੇ ਵਿੱਚ ਉੱਪਰ ਜਦੋਂ ਤੁਸੀਂ ਸਾਈਨ ਕਰ ਦਿੰਦੇ ਆ, ਉਹ ਤੋਂ ਬਾਅਦ ਤੁਸੀਂ ਵਾਪਸ ਭੇਜ ਦਿੰਦੇ ਉਹਨੂੰ ਕੰਪਨੀ ਵਿੱਚ। ਜਦੋਂ ਤੁਸੀਂ ਜੋਬ ਆਫਰ ਲੈਟਰ ਭੇਜ ਦਿੰਦੇ ਹੋ, ਉਸ ਤੋਂ ਬਾਅਦ ਫਿਰ ਕੰਪਨੀ ਤੁਹਾਡੇ ਕੋਲ PCC ਮੰਗਦੀ ਆ, ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਜਿਹੜਾ ਉਹ, ਕਿ ਸਾਨੂੰ PCC ਕਰਾ ਕੇ ਭੇਜੋ। ਫਿਰ ਤੁਸੀਂ PCC ਦੀ ਅਪਾਇੰਟਮੈਂਟ ਲੈਣੀ। ਉਹਦੇ ਵਾਸਤੇ ਪਾਸਪੋਰਟ ਤੁਹਾਡੇ ਕੋਲ ਹੋਣਾ ਚਾਹੀਦਾ ਵਾ, ਠੀਕ ਆ। ਪਾਸਪੋਰਟ ਜੇ ਤੁਹਾਡੇ ਕੋਲ ਹੋਊਗਾ ਤਾਂ ਪਾਸਪੋਰਟ 'ਤੇ PCC ਹੁੰਦੀ ਆ, ਫੋਟੋ ਕਾਪੀ 'ਤੇ ਨਹੀਂ ਹੁੰਦੀ ਹੈਗੀ। ਇਹ ਗੱਲ ਬਹੁਤੇ ਬੰਦਿਆਂ ਨੂੰ ਪਤਾ ਨਹੀਂ। ਉਹ ਕਈ ਕਹਿੰਦੇ ਰਹਿੰਦੇ ਕਿ ਸਾਡਾ ਜਿਹੜਾ ਪਾਸਪੋਰਟ ਉਹ ਏਜੰਟਾਂ ਕੋਲ ਆ ਜਿਹੜੇ ਇੰਡੀਆ ਤੋਂ, ਅਤੇ ਸਾਡੇ ਕੋਲ ਪਾਸਪੋਰਟ ਦੀ ਫੋਟੋ ਕਾਪੀ ਉਹ 'ਤੇ ਹੀ PCC ਕਰਾ ਲੈਂਦੇ। ਇੱਦਾਂ ਨਹੀਂ ਹੁੰਦਾ। PCC ਵਾਸਤੇ ਓਰੀਜਨਲ ਪਾਸਪੋਰਟ ਹੀ ਚਾਹੀਦਾ ਹੁੰਦਾ ਵਾ।
ਤੇ ਉਹਦੇ ਤੇ PCC ਹੁੰਦੀ ਆ। ਸੋ PCC ਵਾਸਤੇ ਪਾਸਪੋਰਟ ਚਾਹੀਦਾ ਹੁੰਦਾ, ਤੇ ਪਾਸਪੋਰਟ ਤੁਹਾਡੇ ਕੋਲ ਹੋਣਾ ਚਾਹੀਦਾ। ਗਲਫ ਦੇ ਵਿੱਚ ਜ਼ਿਆਦਾਤਰ ਕੰਪਨੀਆਂ ਜਿਹੜੀਆਂ ਵਾ ਉਹ ਪਾਸਪੋਰਟ ਆਪਣੇ ਕੋਲ ਰੱਖਦੀਆਂ ਵਾ, ਉਹਦੇ 'ਚ ਬੰਦੇ ਕੋਲ ਪਾਸਪੋਰਟ ਨਹੀਂ ਹੁੰਦਾ, ਵਰਕਰ ਕੋਲ ਪਾਸਪੋਰਟ ਨਹੀਂ ਹੁੰਦਾ ਹੈਗਾ। ਬਹੁਤ ਘੱਟ ਕੰਪਨੀਆਂ ਜਿਨ੍ਹਾਂ ਦੇ ਵਰਕਰਾਂ ਕੋਲ ਪਾਸਪੋਰਟ ਹੁੰਦਾ ਵਾ। ਤੇ ਜੇ ਤੁਹਾਡੇ ਕੋਲ ਪਾਸਪੋਰਟ ਹੈਗਾ ਤਾਂ ਵਧੀਆ ਗੱਲ ਆ, ਜੇ ਨਹੀਂ ਹੈਗਾ ਤਾਂ ਉਹ ਤੁਹਾਨੂੰ ਲੈਣਾ ਪੈਣਾ ਵਾ। ਜਾਂ ਬਹੁਤੀਆਂ ਕੰਪਨੀਆਂ ਜੇ ਤੁਸੀਂ ਉਹਨਾਂ ਨੂੰ ਦੱਸਦੇ ਆ ਕੋਈ ਵੀ ਪ੍ਰੋਬਲਮ ਜਾਂ ਹੈ ਨਾ, ਤਾਂ ਪਾਸਪੋਰਟ ਦੇ ਦਿੰਦੀਆਂ ਵਾ, ਅਤੇ ਕੁਝ ਕੰਪਨੀਆਂ ਜਿਹੜੀਆਂ ਉਹ ਨਹੀਂ ਦਿੰਦੀਆਂ ਹੈਗੀਆਂ। ਸੋ ਇੱਦਾਂ ਦੇ ਸਿਸਟਮ ਆ। ਅਤੇ ਉਹ ਹੁਣ ਤੁਹਾਡੇ 'ਤੇ ਡਿਪੈਂਡ ਆ ਕਿ ਤੁਸੀਂ ਪਾਸਪੋਰਟ ਕਿੱਦਾਂ ਲੈਣਾ ਵਾ। ਜਦੋਂ ਤੁਸੀਂ PCC ਕਰਾਉਣੀ ਹੈ, PCC ਕਰਾਉਣ ਤੋਂ ਬਾਅਦ ਉਹ PCC ਤੁਸੀਂ ਪੋਸਟ ਕਰਨੀ ਹੁੰਦੀ ਆ ਆਪਣੀ ਕੰਪਨੀ ਦੇ ਵਿੱਚ ਜਾਂ ਏਜੰਸੀ ਦੇ ਵਿੱਚ। ਪੋਸਟ ਕਰਨ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਵਾ ਵਰਕ ਪਰਮਿਟ ਆ ਉਹ ਅਪਲਾਈ ਹੁੰਦਾ ਵਾ। ਵਰਕ ਪਰਮਿਟ ਨੂੰ 90 ਦਿਨ ਲੱਗਦੇ ਆ। 90 ਦਿਨ ਦਾ ਜਿਹੜਾ ਟਾਈਮ ਹੁੰਦਾ ਵਾ, ਠੀਕ ਆ। ਅਤੇ 90 ਦਿਨ ਦੇ ਵਿੱਚ ਕਦੇ ਵੀ ਮਿਲ ਸਕਦਾ ਵਾ। 90 ਦਿਨ ਦੇ ਵਿੱਚ ਉਹ ਕਦੇ ਵੀ ਮਿਲ ਸਕਦਾ ਵਾ ਤੁਹਾਡੀ HR ਨੂੰ ਜਾਂ ਤੁਹਾਡੀ ਕੰਪਨੀ ਨੂੰ ਜਾਂ ਏਜੰਸੀ ਨੂੰ, ਜਿੱਥੇ ਵੀ ਤੁਸੀਂ ਅਪਲਾਈ ਕੀਤਾ ਵਾ। ਅਤੇ ਉਹ ਤੋਂ ਬਾਅਦ 'ਚੋਂ ਵਰਕ ਪਰਮਿਟ, ਕੋਂਟਰੈਕਟ, ਸਾਰਾ ਕੁਛ, ਸਾਰੇ ਡਾਕੂਮੈਂਟ ਜਿੰਨੇ ਵੀ ਆ, ਅਤੇ ਨਾਲ ਪਲੱਸ ਅਪੁਆਇੰਟਮੈਂਟ ਅੰਬੈਸੀ ਦੀ। ਤੁਸੀਂ ਫੋਰ ਐਗਜ਼ਾਮਪਲ ਕਤਰ ਦੇ ਵਿੱਚ ਆ, ਤੁਸੀਂ ਕੁਵੈਤ 'ਚ, ਬਹਿਰੀਨ 'ਚ, ਦੁਬਈ 'ਚ, ਕਿਤੇ ਵੀ ਆ, ਉੱਥੇ ਜਿਹੜੀ ਰਮਾਨੀਆ ਦੀ ਅੰਬੈਸੀ ਆ ਉਹਦੀ ਜਿਹੜੀ ਅਪੁਆਇੰਟਮੈਂਟ ਆ ਉਹ ਤੁਹਾਡੀ ਕੰਪਨੀ ਭੇਜੂਗੀ। ਉਹ ਤੁਹਾਡੀ ਕੰਪਨੀ ਨੇ ਲੈ ਕੇ ਦੇਣੀ ਹੁੰਦੀ ਆ, ਜਾਂ ਤੁਹਾਡੀ ਏਜੰਸੀ ਨੇ ਲੈ ਕੇ ਦੇਣੀ ਅਪੁਆਇੰਟਮੈਂਟ। ਅਤੇ ਜੇ ਕੁਝ ਕੇਸਾਂ ਵਿੱਚ ਇੱਦਾਂ ਹੁੰਦਾ ਕਿ ਉਹ ਤੁਹਾਨੂੰ ਡਾਕੂਮੈਂਟ ਭੇਜ ਦਿੰਦੇ ਆ ਅਤੇ ਕਹਿੰਦੇ ਅਪੁਆਇੰਟਮੈਂਟ ਤੁਸੀਂ ਖੁਦ ਲਓ, ਠੀਕ ਆ। ਅਪੁਆਇੰਟਮੈਂਟ ਜੇ ਤੁਹਾਨੂੰ ਲੈਣੀ ਆਉਂਦੀ ਅਪੁਆਇੰਟਮੈਂਟ, ਠੀਕ ਆ, ਜਾਂ ਤੁਹਾਡੇ ਕੋਲ ਕੋਈ ਬੰਦਾ ਹੈਗਾ ਅਪੁਆਇੰਟਮੈਂਟ ਲੈਣ ਵਾਸਤੇ ਤਾਂ ਵੀ ਠੀਕ ਆ। ਨਹੀਂ ਤਾਂ ਤੁਸੀਂ ਕੰਪਨੀ ਨੂੰ ਕਹੋ ਕਿ ਤੁਸੀਂ ਮੈਨੂੰ ਅਪੁਆਇੰਟਮੈਂਟ ਲੈ ਦਿਓ, ਜੋ ਵੀ ਪੈਸੇ ਹੋਣਗੇ ਜਿੱਦਾਂ ਵੀ ਉਹ ਮੈਂ ਤੁਹਾਨੂੰ ਪੇ ਕਰ ਦੂੰਗਾ, ਇੱਦਾਂ ਸਾਰਾ ਕੁਛ। ਅਤੇ ਬਹੁਤੀਆਂ ਕੰਪਨੀਆਂ ਦਾ ਜਿਸ ਕੰਪਨੀ ਦਾ ਵਰਕ ਪਰਮਿਟ ਹੁੰਦਾ ਵਾ, ਬਹੁਤੀਆਂ ਕੰਪਨੀਆਂ ਉਹ ਆਪ ਲੈ ਕੇ ਦਿੰਦੀਆਂ ਹੁੰਦੀਆਂ ਅਪੁਆਇੰਟਮੈਂਟ ਲੈਣੀ ਹੁੰਦੀ ਆ। ਜਿਸ ਦਿਨ ਦੀ ਅਪੁਆਇੰਟਮੈਂਟ ਆ ਉਸ ਦਿਨ ਤੁਸੀਂ ਜਿੰਨੇ ਡਾਕੂਮੈਂਟ ਤੁਹਾਨੂੰ ਕੰਪਨੀ ਨੇ ਭੇਜੇ ਆ, ਵਰਕ ਪਰਮਿਟ ਜਿਹੜਾ ਤੁਹਾਨੂੰ ਭੇਜਿਆ ਵਾ, ਮੂੰਗਾ ਪੇਪਰ ਕਹਿੰਦੇ ਆ ਰਮਾਨੀਆ ਵਿੱਚ ਇਹਨੂੰ, ਅਤੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਐਗਰੀਮੈਂਟ ਆ ਉਹ, ਉਸ ਤੋਂ ਇਲਾਵਾ ਜਿੰਨੇ ਵੀ ਡਾਕੂਮੈਂਟ ਆ ਸਾਰੇ, ਅਤੇ ਨਾਲ ਪਲੱਸ ਤੁਹਾਡਾ ਓਰੀਜਨਲ ਪਾਸਪੋਰਟ, ਅਤੇ ਉਹ ਜਿਹੜੇ ਸਾਰੇ ਡਾਕੂਮੈਂਟ ਆ ਉਹ ਤੁਸੀਂ ਲੈ ਕੇ ਜਾਣੇ ਹੁੰਦੇ ਆ ਅੰਬੈਸੀ 'ਚ। ਜਿਸ ਦਿਨ ਦੀ ਤੁਹਾਡੀ ਅਪੁਆਇੰਟਮੈਂਟ ਜਦੋਂ ਦੀ ਤੁਹਾਡੀ ਅਪੁਆਇੰਟਮੈਂਟ ਉਸ ਟਾਈਮ ਤੁਸੀਂ ਉੱਥੇ ਲੈ ਕੇ ਜਾਣੇ ਹੁੰਦੇ ਆ, ਉੱਥੇ ਸਬਮਿਟ ਕਰਨੇ ਹੁੰਦੇ ਆ। ਡਾਕੂਮੈਂਟ ਚੈੱਕ ਕਰਨ ਤੋਂ ਬਾਅਦ, ਪਾਸਪੋਰਟ ਚੈੱਕ ਕਰਨ ਤੋਂ ਬਾਅਦ, ਸਾਰਾ ਕੁਛ ਚੈੱਕ ਕਰਨ ਤੋਂ ਬਾਅਦ ਅੰਬੈਸਡਰ ਤੁਹਾਨੂੰ ਨੋਰਮਲ ਗੱਲਾਂ ਪੁੱਛਦਾ ਕਿ ਤੁਸੀਂ ਕਿਸ ਕੰਟਰੀ ਚੱਲੇ ਆ, ਤੁਹਾਡੀ ਕੰਪਨੀ ਦਾ ਕੀ ਨਾਮ ਆ, ਕਿੰਨੇ ਘੰਟੇ ਡਿਊਟੀ ਆ, ਕਿੰਨੇ ਘੰਟੇ ਸੈਲਰੀ, ਇੱਦਾਂ ਦੀਆਂ ਕੋਈ ਬਹੁਤੀਆਂ ਜਿਹੜੀਆਂ ਡੂੰਘੀਆਂ ਗੱਲਾਂ ਨਹੀਂ, ਨੋਰਮਲ ਜਿਹੜੇ ਸਵਾਲ ਹੁੰਦੇ ਆ। ਅਤੇ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਕਿ ਇੱਕ ਬੈਂਕ ਸਟੇਟਮੈਂਟ ਵੀ ਤੁਹਾਨੂੰ ਚਾਹੀਦੀ ਹੁੰਦੀ ਹੈ। ਜਿੱਦਾਂ ਹੁਣ ਇੰਡੀਆ ਤੋਂ 1.5 ਲੱਖ ਦੀ ਸਟੇਟਮੈਂਟ ਰਮਾਨੀਆ ਵਾਸਤੇ ਚਾਹੀਦੀ ਹੁੰਦੀ ਆ। ਅਤੇ ਇੱਦਾਂ ਹੀ ਜੇ ਤੁਸੀਂ ਆਊਟ ਆਫ ਕੰਟਰੀ ਆ ਅਤੇ ਉੱਥੋਂ ਵੀ ਚਾਹੀਦੀ ਹੈ। ਤੁਹਾਡੀ ਹੋਮ ਕੰਟਰੀ ਤੋਂ ਬਾਹਰ ਆ, ਜੇ ਤੁਸੀਂ ਕੰਮ ਕਰਨਾ ਹੈ ਤਾਂ ਉੱਥੋਂ ਵੀ ਚਾਹੀਦੀ ਹੁੰਦੀ ਆ। ਬਟ ਇਹਦੇ 'ਚ ਇੱਕ ਮੈਨੂੰ ਮੇਕ ਸ਼ੋਰ ਨਹੀਂ ਹੈਗਾ ਕਿ ਉਹ ਜਿਹੜੀ ਅਪੁਆਇੰਟਮੈਂਟ ਆ ਇੰਡੀਆ ਵਾਲੇ ਬੈਂਕ ਅਕਾਊਂਟ ਦੀ ਚੱਲੂਗੀ ਜਾਂ ਦੂਸਰੇ ਦੀ। ਜੇ ਕਿਸੇ ਨੂੰ ਪਤਾ ਵਾ ਤਾਂ ਉਹ ਪਲੀਜ਼ ਕਮੈਂਟ ਵਿੱਚ ਜ਼ਰੂਰ ਦੱਸ ਦਿਓ, ਤਾਂ ਕਿ ਦੂਸਰਿਆਂ ਨੂੰ ਵੀ ਪਤਾ ਲੱਗ ਸਕੇ। ਜੇ ਕੋਈ ਬੰਦਾ ਇੰਡੀਆ ਤੋਂ ਇਲਾਵਾ ਦੁਬਈ ਤੋਂ, ਕਤਰ ਤੋਂ, ਕਿਸੇ ਵੀ ਕੰਟਰੀ ਤੋਂ ਆਇਆ ਵਾ, ਇਹ ਮੈਨੂੰ ਇੱਕ ਡਾਊਟ ਆ। ਜੇ ਕਿਸੇ ਨੂੰ ਪਤਾ ਤਾਂ ਉਹ ਕਮੈਂਟ 'ਚ ਜ਼ਰੂਰ ਲਿਖ ਦਿਓ। ਇਹ ਸਾਰੇ ਡਾਕੂਮੈਂਟ ਹੋਣ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਮੈਸੇਜ ਰੱਖ ਲੈਂਦੇ ਆ ਅੰਬੈਸਡਰ, ਉਹ ਤੋਂ ਬਾਅਦ ਤੁਹਾਨੂੰ ਇੱਕ ਸਲਿੱਪ ਕੱਟ ਕੇ ਦਿੱਤੀ ਜਾਂਦੀ ਆ। ਉੱਥੇ ਤੁਹਾਡਾ ਟਾਈਮਿੰਗ ਲਿਖਿਆ ਹੁੰਦਾ, ਦਿਨ ਲਿਖਿਆ ਹੁੰਦਾ ਕਿ ਇਸ ਦਿਨ ਤੁਸੀਂ ਆਪਣਾ ਪਾਸਪੋਰਟ ਕਲੈਕਟ ਕਰਨਾ ਵਾ। ਉਹ ਅਪੁਆਇੰਟਮੈਂਟ ਤੋਂ ਬਾਅਦ ਤੁਸੀਂ 2 ਜਾਂ 3 ਦਿਨਾਂ ਦੇ ਵਿੱਚ ਜਿਹੜਾ ਪਾਸਪੋਰਟ ਮਿਲ ਜਾਂਦਾ ਹੁੰਦਾ। ਉਹ ਕੰਟਰੀ ਦੇ ਹਿਸਾਬ ਨਾਲ ਵੀ ਕਿਸ ਕੰਟਰੀ ਵਿੱਚ ਕੀ ਹੈ ਨਾ ਸ਼ਡਿਊਲ ਅੰਬੈਸੀ ਦਾ। 2 ਜਾਂ 3 ਦਿਨ ਬਾਅਦ ਜਿਹੜਾ ਪਾਸਪੋਰਟ ਮਿਲ ਜਾਂਦਾ ਵਾ, ਉਹ ਪਾਸਪੋਰਟ 'ਤੇ ਵੀਜ਼ਾ ਲੱਗਾ ਹੁੰਦਾ ਤੁਹਾਡਾ। ਵੀਜ਼ਾ ਲੱਗਣ ਤੋਂ ਬਾਅਦ ਕੰਪਨੀ ਨੇ ਫਿਰ ਤੁਹਾਨੂੰ ਇੱਕ ਐਗਰੀਮੈਂਟ ਭੇਜਿਆ ਹੁੰਦਾ। ਜਿਹੜਾ ਐਗਰੀਮੈਂਟ ਆ ਉਹ ਤੁਹਾਨੂੰ ਭੇਜਿਆ ਹੁੰਦਾ, ਅਤੇ ਉਹ ਐਗਰੀਮੈਂਟ ਲੈ ਕੇ ਤੁਸੀਂ ਬਾਅਦ ਟਿਕਟ ਕਰਾਉਣੀ ਹੁੰਦੀ ਆ, ਜਾਂ ਕੰਪਨੀ ਟਿਕਟ ਭੇਜਦੀ ਆ। ਜੇ ਕੰਪਨੀ ਟਿਕਟ ਭੇਜਦੀ ਬੜੀ ਵਧੀਆ ਗੱਲ ਆ। ਜੇ ਤੁਸੀਂ ਏਜੰਸੀ ਨਾਲ ਡੀਲ ਕੀਤੀ ਆ ਅਤੇ ਫਿਰ ਤੁਹਾਨੂੰ ਏਜੰਸੀ ਟਿਕਟ ਦੇਊਗੀ। ਜੇ ਏਜੰਸੀ ਨਹੀਂ ਟਿਕਟ ਦਿੰਦੀ, ਜੇ ਏਜੰਸੀ ਨੇ ਇਕੱਲਾ ਤੁਹਾਨੂੰ ਕਿਹਾ ਕਿ ਅਸੀਂ ਇਕੱਲਾ ਵੀਜ਼ਾ ਲਵਾ ਕੇ ਦੇਵਾਂਗੇ, ਟਿਕਟ ਤੁਹਾਡੀ ਹੋਊਗੀ, ਉਹ ਤੁਸੀਂ ਦੇਖਣਾ ਕਿ ਕਿਸ ਦਿਨ ਦੀ ਟਿਕਟ ਕਰਾਉਣੀ ਆ। ਟਿਕਟ ਕਰਾਉਣ ਤੋਂ ਪਹਿਲਾਂ ਤੁਸੀਂ ਆਪਣੀ ਕੰਪਨੀ ਨਾਲ ਕੰਟੈਕਟ ਕਰਨਾ ਕਿ ਮੈਂ ਕਿਸ ਦਿਨ ਦੀ ਟਿਕਟ ਕਰਾਂ। ਜੇ ਮਤਲਬ ਜਾਂ ਏਜੰਸੀ ਨਾਲ ਕੰਟੈਕਟ ਕਰਨਾ ਵੀ ਕਿਸ ਦਿਨ ਦੀ, ਕਿਉਂਕਿ ਏਜੰਸੀ ਕੰਪਨੀ ਨੂੰ ਪੁੱਛੂਗੀ। ਸਾਰਾ ਹੋਣ ਤੋਂ ਬਾਅਦ, ਸਾਰਾ ਕੁਛ ਸੈੱਟ ਹੋਣ ਤੋਂ ਬਾਅਦ ਹੀ ਤੁਹਾਨੂੰ ਦੱਸਿਆ ਜਾਊਗਾ। ਕਿਉਂਕਿ ਕੰਪਨੀ ਖੁਦ ਆਉਂਦੀ ਹੁੰਦੀ ਆ ਏਅਰਪੋਰਟ ਦੇ ਉੱਤੇ ਤੁਹਾਨੂੰ ਰਿਸੀਵ ਕਰਨ। ਅਤੇ ਕਿਉਂਕਿ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਤੁਸੀਂ ਆਉਣਾ ਵਾ ਕਿਸੇ ਵੀ ਕੰਟਰੀ ਤੋਂ, ਤਾਂ ਐਗਰੀਮੈਂਟ ਤੁਹਾਡੇ ਕੋਲ ਹੋਣਾ ਚਾਹੀਦਾ ਵਾ। ਜੇ ਐਗਰੀਮੈਂਟ ਨਹੀਂ ਹੈਗਾ, ਤੁਸੀਂ ਬੁਕਾਰੈਸਟ ਏਅਰਪੋਰਟ 'ਤੇ ਆ ਗਏ ਆ, ਉੱਥੋਂ ਤੁਹਾਨੂੰ ਵਾਪਸ ਕਰ ਦਿੰਦੇ ਆ। ਬਹੁਤ ਘੱਟ ਚਾਂਸ ਆ ਕਿ ਕੋਈ ਲੰਘਣ ਦਿੰਦੇ ਆ, ਨਹੀਂ ਤਾਂ ਉਹ ਵਾਪਸ ਭੇਜ ਦਿੰਦੇ ਆ। ਉਹਨਾਂ ਨੂੰ ਕੰਪਨੀ ਦਾ ਐਗਰੀਮੈਂਟ ਚਾਹੀਦਾ ਹੁੰਦਾ ਵਾ। ਅਤੇ
ਤੇ ਐਗਰੀਮੈਂਟ ਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਵਾ, ਤੇ ਉਹ ਤੋਂ ਇਲਾਵਾ ਕੰਟੈਕਟ ਨੰਬਰ ਵੀ ਲਿਖੇ ਹੁੰਦੇ ਆ। ਤਾਂ ਉਹਨਾਂ ਨੇ ਫਿਰ ਕੰਟੈਕਟ ਕਰਨਾ ਹੁੰਦਾ ਕਿ ਇਸ ਨਾਂ ਦਾ ਬੰਦਾ ਏਅਰਪੋਰਟ 'ਤੇ ਆ, ਇਹ ਤੁਹਾਡੀ ਕੰਪਨੀ 'ਚ ਆ ਰਿਹਾ, ਤਾਂ ਕੀ ਤੁਸੀਂ ਇਹਨੂੰ ਸੱਦਿਆ ਵਾ, ਇੱਦਾਂ ਸਾਰਾ ਕੁਝ ਕਹਿੰਦੇ ਆ। ਜੇ ਕੰਪਨੀ ਕਹਿੰਦੀ ਹਾਂ ਕਿ ਮਤਲਬ ਇਹ ਆਇਆ ਵਾ ਜਾਂ ਸਾਡਾ ਬੰਦਾ ਬਾਹਰ ਖੜਾ ਇਹਨੂੰ ਰਿਸੀਵ ਕਰਨ ਵਾਸਤੇ, ਦੈਨ ਠੀਕ ਆ, ਨਹੀਂ ਤਾਂ ਫਿਰ ਉਹ ਵਾਪਸ ਭੇਜ ਦਿੰਦੇ ਆ। ਸੋ ਆਹ ਸਿਸਟਮ ਆ, ਅਤੇ ਇਹਦੇ ਵਾਸਤੇ ਐਗਰੀਮੈਂਟ ਉਹ ਜ਼ਰੂਰ ਹੋਣਾ ਚਾਹੀਦਾ ਵਾ। ਜੇ ਇਹ ਗੱਲ ਇੰਡੀਆ ਵਾਲਿਆਂ ਵਾਸਤੇ ਵੀ ਹੈਗੀ, ਜੇ ਇੰਡੀਆ ਤੋਂ ਵੀ ਕੋਈ ਆ ਰਿਹਾ ਵਾ ਤਾਂ ਉਹਦੇ ਕੋਲ ਐਗਰੀਮੈਂਟ ਨਹੀਂ ਹੈਗਾ ਜਾਂ ਏਜੰਟ ਐਗਰੀਮੈਂਟ ਨਹੀਂ ਦਿੰਦਾ, ਉਹਦੇ ਕੋਲ ਵੀਜ਼ਾ ਲੱਗਾ ਪਾਸਪੋਰਟ ਆ, ਤਾਂ ਉਹ ਬਿਲਕੁਲ ਬਹੁਤ ਘੱਟ ਚਾਂਸ ਆ ਉਹਨਾਂ ਦੇ ਰਮਾਨੀਆ ਆਉਣ ਦੇ, ਕਿਉਂਕਿ ਐਂਟਰ ਨਹੀਂ ਹੋਣ ਦਿੰਦੇ। ਇਹ ਕਿਉਂ ਨਹੀਂ ਐਂਟਰ ਹੋਣ ਦਿੰਦੇ? ਅੱਜ ਤੋਂ ਸਾਲ 6 ਮਹੀਨੇ ਪਹਿਲਾਂ ਇੱਦਾਂ ਹੁੰਦੀ ਸੀ, ਐਗਰੀਮੈਂਟ ਕਈਆਂ ਕੋਲ ਹੁੰਦਾ ਸੀ, ਕਈਆਂ ਕੋਲ ਨਹੀਂ ਹੁੰਦਾ ਸੀ, ਉਹ ਐਂਟਰ ਹੋ ਜਾਂਦੇ ਸੀਗੇ। ਬਟ ਬਾਅਦ ਵਿੱਚ ਐਂਟਰ ਹੋਣ ਤੋਂ ਬਾਅਦ 'ਚ ਉਹ ਏਅਰਪੋਰਟ ਤੋਂ ਹੀ ਇੱਧਰ ਉੱਧਰ ਹੋ ਜਾਂਦੇ ਸੀ, ਕਿਉਂਕਿ ਤਕਰੀਬਨ ਰਮਾਨੀਆ 'ਚ ਡੋਂਕੀ ਲਾਉਣ ਬਹੁਤ ਬੰਦੇ ਆਉਂਦੇ ਆ। ਸਰਬੀਆ, ਰਮਾਨੀਆ ਵਿੱਚ ਵੀ ਡੋਂਕੀ ਲਾਉਣੀ ਆਉਂਦੇ ਆ ਤਕਰੀਬਨ। ਜੇ 100 ਦੇ ਵਿੱਚੋਂ 80% 70% ਗੱਲ ਕਰੀਏ ਤਾਂ ਡੋਂਕੀ ਲਾਉਣੀ ਜ਼ਿਆਦਾ, ਅੱਗੇ ਲੰਘਣੀ ਆਉਂਦੇ ਆ। ਉਹਨਾਂ ਦਾ ਇਹ ਹੈ ਕਿ ਪੁਰਤਗਾਲ ਜਾਣਾ ਵਾ, ਅਤੇ ਬਹੁਤੇ ਬੰਦੇ ਇਸੇ ਚੀਜ਼ ਨੂੰ ਹੀ ਆਉਂਦੇ ਆ। ਅਤੇ ਬਹੁਤ ਕੰਪਨੀਆਂ ਨੇ ਕੰਪਲੇਂਟ ਕੀਤੀ ਏਅਰਪੋਰਟ ਤੋਂ ਹੀ ਬੰਦੇ ਨਹੀਂ ਸਾਨੂੰ ਮਿਲੇ। ਇੱਦਾਂ ਦੀਆਂ ਕੰਪਲੇਂਟਾਂ ਇਮੀਗ੍ਰੇਸ਼ਨ 'ਚ ਬਹੁਤ ਹੋਈਆਂ। ਉਸ ਤੋਂ ਬਾਅਦ ਇਮੀਗ੍ਰੇਸ਼ਨ ਨੇ ਕਿਹਾ ਕਿ ਜਦੋਂ ਤੱਕ ਵੀਜ਼ਾ ਅਤੇ ਨਾਲ ਹੀ ਐਗਰੀਮੈਂਟ ਉਸ ਕੰਪਨੀ ਦਾ ਜਿਹੜਾ ਵੀ ਬੰਦਾ ਆ ਰਿਹਾ ਵਾ, ਜੇ ਉਹ ਸਾਨੂੰ ਨਹੀਂ ਦਿਖਾਉਂਦਾ ਤਾਂ ਅਸੀਂ ਉਹਨੂੰ ਬਾਹਰ ਨਹੀਂ ਨਿਕਲਣ ਦੇ ਸਕਦੇ ਏਅਰਪੋਰਟ ਤੋਂ। ਸੋ ਇਸ ਕਰਕੇ ਐਗਰੀਮੈਂਟ ਬਹੁਤ ਜ਼ਰੂਰੀ ਹੈ। ਇੰਨਾ ਪ੍ਰੋਸੈਸ ਸੀਗਾ। ਉਹ ਤੋਂ ਬਾਅਦ ਹੀ ਤੁਸੀਂ ਆਪਣੀ ਕੰਪਨੀ ਵਿੱਚ ਆ ਸਕਦੇ ਆ ਅਤੇ ਕੰਮ ਕਰ ਸਕਦੇ ਆ। ਅਤੇ ਇਹਦੇ 'ਚੋਂ ਹੁਣ ਇੱਕ ਡਾਊਟ ਮੈਂ ਹੋਰ ਕਲੀਅਰ ਕਰ ਦਿੰਦਾ। ਹੁਣ ਬਹੁਤਿਆਂ ਬੰਦਿਆਂ ਨੂੰ ਇਹ ਹੋਊਗਾ ਕਿ ਹਾਂ ਪ੍ਰੋਸੈਸ ਤਾਂ ਪਤਾ ਲੱਗ ਗਿਆ, ਪਰ ਜਿਹੜੀ ਕੰਪਨੀ 'ਚ ਅਸੀਂ ਕੰਮ ਕਰਦੇ ਹਾਂ ਉੱਥੋਂ ਸਾਨੂੰ ਕੋਈ ਡਾਕੂਮੈਂਟ ਚਾਹੀਦਾ। ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਤੁਸੀਂ ਕਤਰ, ਕੁਵੈਤ, ਕਿਸੇ ਵੀ ਕੰਟਰੀ 'ਚ, ਜੇ ਤੁਸੀਂ ਅਲਜਾਵਰ 'ਚ, CC 'ਚ, ਗੰਦੂਜ 'ਚ, ਮਿਡਮੈਕਸ 'ਚ, ਕਿਸੇ ਵੀ ਕੰਪਨੀ, ACC, ਕਿਸੇ ਵੀ ਕੰਪਨੀ ਦੇ ਵਿੱਚ ਹੈਗੇ ਆ, ਅਤੇ ਕੰਪਨੀ ਦੇ ਵਿੱਚ ਤੁਹਾਨੂੰ ਨਾ ਤਾਂ ਕਿਸੇ NOC ਦੀ ਲੋੜ ਆ, ਨਾ ਕਿਸੇ ਇਨਵੀਟੇਸ਼ਨ ਪੇਪਰ ਦੀ ਲੋੜ ਆ। ਕੰਪਨੀ ਦੇ ਕਿਸੇ ਪੇਪਰ ਦੀ ਤੁਹਾਨੂੰ ਲੋੜ ਨਹੀਂ ਹੈਗੀ ਵਰਕ ਪਰਮਿਟ ਵਾਸਤੇ। ਸਿਰਫ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਹੋਣਾ ਚਾਹੀਦਾ ਵਾ, ਅਤੇ ਇੱਕ PCC ਚਾਹੀਦੀ ਹੁੰਦੀ ਆ। ਅਤੇ PCC ਤੁਹਾਨੂੰ ਅੰਬੈਸੀ ਤੋਂ ਮਿਲ ਜਾਂਦੀ ਆ, ਅਤੇ ਪਾਸਪੋਰਟ ਜੇ ਤੁਹਾਡੇ ਕੋਲ ਹੈਗਾ ਠੀਕ ਹੈ, ਨਹੀਂ ਤਾਂ ਕੰਪਨੀ ਕੋਲ ਲੈ ਲਓ। ਕੰਪਨੀ ਕੋਲੋਂ ਕੋਈ ਡਾਕੂਮੈਂਟ ਨਹੀਂ ਤੁਹਾਡਾ ਚਾਹੀਦਾ ਤੁਹਾਨੂੰ, ਕਿ ਕੰਪਨੀ ਕੋਲ ਤੁਹਾਨੂੰ ਇਨਵੀਟੇਸ਼ਨ ਚਾਹੀਦਾ ਜਾਂ ਕੰਪਨੀ ਕੋਲ ਤੁਹਾਨੂੰ NOC ਚਾਹੀਦੀ। ਇੱਦਾਂ ਦਾ ਕੋਈ ਡਾਕੂਮੈਂਟ ਕੰਪਨੀ ਕੋਲੋਂ ਨਹੀਂ ਚਾਹੀਦਾ। ਕਤਰ, ਕੁਵੈਤ, ਬਹਿਰੀਨ ਜਾਂ ਸਿੰਗਾਪੁਰ, ਇਹਨਾਂ ਕੰਟਰੀਆਂ ਦੇ ਵਿੱਚ ਕੰਮ ਕਰਦੇ ਆ, ਅਤੇ ਉੱਥੋਂ ਤੁਹਾਨੂੰ ਕੋਈ ਪੇਪਰ ਨਹੀਂ ਚਾਹੀਦਾ ਵਰਕ ਪਰਮਿਟ ਵਾਸਤੇ। ਅਤੇ ਇਸ ਤੋਂ ਇਲਾਵਾ ਸਿੰਗਾਪੁਰ ਦੇ ਵਿੱਚ ਜਿੱਦਾਂ ਘਰਾਂ ਵਿੱਚ ਵੀ ਬਹੁਤ ਮੁੰਡੇ ਕੁੜੀਆਂ ਕੰਮ ਕਰਦੇ ਆ, ਜੇ ਉਹਨਾਂ ਨੇ ਵੀ ਆਉਣਾ ਵਾ ਤਾਂ ਉਹਨਾਂ ਕੋਲ ਤੁਹਾਨੂੰ ਕੋਈ ਨਹੀਂ ਚਾਹੀਦਾ। ਸਿਰਫ ਤੁਹਾਨੂੰ ਏਜੰਸੀ ਨਾਲ ਜਾਂ ਕੰਪਨੀ ਨਾਲ ਕੰਟੈਕਟ ਕਰਨਾ, ਤੁਸੀਂ ਉਹੀ ਤੁਹਾਨੂੰ ਵਰਕ ਪਰਮਿਟ ਦੇਣਗੇ ਕਢਾ ਕੇ, ਸਿਰਫ ਤੁਸੀਂ PCC ਕਰਾਉਣੀ ਹੈ। ਸੋ ਇਹੀ ਨੋਰਮਲ ਪ੍ਰੋਸੈਸ ਆ, ਕੋਈ ਬਹੁਤਾ ਲੰਬਾ ਚੌੜਾ ਪ੍ਰੋਸੈਸ ਨਹੀਂ ਹੈਗਾ। ਬਾਕੀ ਏਜੰਸੀਆਂ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ। ਜੇ ਤੁਸੀਂ ਇੱਥੇ ਏਜੰਸੀ ਨਾਲ ਕੰਟੈਕਟ ਕਰਦੇ ਆ ਤਾਂ ਉਹ ਤੁਹਾਡੇ ਕੋਲ ਪੈਸੇ ਮੰਗਣਗੇ, ਮੋਟੇ ਪੈਸੇ ਮੰਗਣਗੇ, ਅਤੇ ਉਹ ਤੁਹਾਡੇ 'ਤੇ ਡਿਪੈਂਡ ਆ। ਅਤੇ ਬਹੁਤੀਆਂ ਏਜੰਸੀਆਂ ਦੇ ਬੰਦੇ ਇੱਥੇ ਖਰਾਬ ਹੀ ਹੁੰਦੇ ਆ। ਮੈਨੂੰ ਬੰਦੇ ਫੋਨ ਕਰ ਦਿੰਦੇ। ਇੱਥੇ 2-3 ਏਜੰਸੀਆਂ ਵਾ, ਉਹ 'ਚ ਇੰਡੀਆ, ਪਾਕਿਸਤਾਨੀ, ਨੇਪਾਲੀ, ਹੋਰ ਪੰਜਾਬੀ ਇੱਦਾਂ ਹੈਗੇ ਏਜੰਸੀਆਂ ਦੇ ਵਿੱਚ ਜਿਹੜੇ ਹਨ, ਅਤੇ ਉਹ ਅੱਗੇ ਆਪਣੇ ਬੰਦਿਆਂ ਨਾਲ ਡੀਲ ਕਰਦੇ ਆ। ਅਤੇ ਉਹਨਾਂ ਦੇ ਬਹੁਤ ਬੰਦੇ ਇੱਦਾਂ ਦੇ ਆ ਜਿਹੜੇ ਇੱਥੇ ਲਿਆ ਕੇ ਬਿਠਾਏ ਆ ਇਹਨਾਂ ਨੇ, ਅਤੇ ਉਹਨਾਂ ਨੂੰ ਨਾ ਕੰਮ ਦਿੰਦੇ ਪਏ ਆ, ਅਤੇ ਪਲੱਸ ਆਈਡੀਆਂ ਬਣਾਉਣ ਦੇ ਪੈਸੇ ਵੀ ਚਾਰਜ ਕਰਦੇ ਪਏ ਆ, ਜਦੋਂ ਕਿ ਸਾਰਾ ਕੁਛ ਹੋਇਆ ਹੁੰਦਾ ਐਗਰੀਮੈਂਟ। ਹੁਣ ਪਿੱਛੇ ਜੀ 16-17 ਮੁੰਡੇ ਆਏ ਸੀ, ਉਹ ਕਹਿੰਦੇ ਸੀ 2.5 ਲੱਖ ਰੁਪਈਆ ਦੇ ਕੇ ਆਏ ਆ। ਇੱਥੇ ਏਜੰਸੀਆਂ 'ਚ ਹੀ ਆਏ ਸੀਗੇ, ਅਤੇ ਏਜੰਸੀਆਂ ਦੇ ਸੀਗੇ ਬੰਦੇ ਉਹ, ਅਤੇ ਉਹਨਾਂ ਕੋਲੋਂ 800 ਜਿਹੜਾ ਲਈ ਉਹ ID ਬਣਾਉਣ ਦਾ ਵੀ ਲੈ ਰਿਹਾ। ਅਤੇ ਉਸ ਤੋਂ ਬਾਅਦ 'ਚ ਕਹਿੰਦੇ ਕਿ ਆਈਡੀਆਂ ਬਣਾ ਕੇ ਸਾਡੇ ਕੋਲ ਕੰਮ ਹੈ ਨਹੀਂ ਹੈ, ਤੁਸੀਂ ਆਪਦਾ ਕੰਮ ਲੱਭ ਲਓ। ਆਹ ਸਿਸਟਮ ਆ। ਸੋ ਇਸ ਕਰਕੇ ਏਜੰਸੀ ਚੰਗੀ ਦੇਖਿਓ, ਖਾਸ ਕਰਕੇ ਪੰਜਾਬੀਆਂ ਦੀ ਏਜੰਸੀ ਤੋਂ ਬਚੋ ਤੁਸੀਂ। ਮੈਂ ਤੁਹਾਨੂੰ ਸਿੱਧੀ ਗੱਲ ਹੀ ਕਹਿੰਦਾ, ਕਿਉਂਕਿ ਮੈਨੂੰ ਘੁਮਾ ਕੇ ਗੱਲ ਕਰਨੀ ਨਹੀਂ ਆਉਂਦੀ ਹੈਗੀ। ਅਤੇ ਜੇ ਕੋਈ ਪੰਜਾਬੀ ਤੁਹਾਡੇ ਨਾਲ ਡੀਲ ਕਰਦਾ ਤਾਂ ਪਲੀਜ਼ ਪਿੱਛੇ ਹੀ ਰਹੋ, ਕਿਉਂਕਿ ਆਪਣੇ ਬੰਦਿਆਂ ਨੇ ਇਕੱਲੇ ਹੋਰ ਕੰਟਰੀਆਂ 'ਚ ਨਹੀਂ ਵੀ ਇੱਥੇ ਬਹੁਤ ਕੰਮ ਖਰਾਬ ਕੀਤਾ ਪਿਆ ਵਾ। ਸੋ ਇਸ ਕਰਕੇ ਥੋੜ੍ਹਾ ਜਿਹਾ ਅਵੇਅਰ ਰਹੋ, ਠੀਕ ਆ। ਜਾਂ ਫਿਰ ਅਗਲੇ ਨਾਲ ਸਾਰੀ ਗੱਲ ਕਰ ਲਓ ਤੁਸੀਂ, ਜਾਂ ਫਿਰ ਜੇ ਤਾਂ ਰਮਾਨੀਆ ਦੇ ਵਿੱਚ ਕੋਈ ਰਿਸ਼ਤੇਦਾਰ, ਯਾਰ ਦੋਸਤ ਕੋਈ ਹੈਗਾ ਤਾਂ ਉਹਦੇ ਥਰੂ ਕੰਟੈਕਟ ਕਰ ਲਓ। ਮਤਲਬ ਸਾਰੇ ਜਿਹੜੇ ਪੈਸੇ, ਪੇਮੈਂਟ, ਜੋ ਵੀ ਆ ਡਾਕੂਮੈਂਟ ਉਹਦੇ ਥਰੂ ਜਾਣ, ਤਾਂ ਕਿ ਅਗਲੇ ਬੰਦੇ ਨੂੰ ਪਤਾ ਹੋਵੇ ਵੀ ਮੈਂ ਦਿੱਤੇ ਆ ਇਸ ਬੰਦੇ ਨੂੰ। ਕਿਉਂਕਿ ਇੱਥੇ ਰੂਲ ਆ ਕਿ ਜੇ ਤੁਸੀਂ ਕਿਸੇ ਵੀ ਚੀਜ਼ ਦੇ ਪੈਸੇ ਪੇ ਕਰਦੇ ਹੋ ਤੁਹਾਨੂੰ ਬਿੱਲ ਦਿੰਦਾ ਵਾ, ਅਤੇ ਜੇ ਏਜੰਸੀ ਤੁਸੀਂ ਫੀਸ ਪੇ ਕਰਦੇ ਹੋ ਤੁਹਾਨੂੰ ਉੱਥੇ ਵੀ ਬਿੱਲ ਮਿਲਣਾ, ਠੀਕ ਆ। ਅਤੇ ਉਹ ਬਿੱਲ ਮਿਲਦਾ ਕਿ ਹਾਂ ਵੀ ਇੰਨੇ ਪੈਸੇ ਮੈਂ ਦਿੱਤੇ ਆ ਇਸ ਏਜੰਸੀ ਨੂੰ, ਉਹ ਤੁਹਾਨੂੰ ਬਿੱਲ ਦੇਣਗੇ। ਜਿਹੜੀਆਂ ਰਜਿਸਟਰ ਏਜੰਸੀਆਂ ਇੱਥੇ, ਜਿਹੜੀਆਂ ਲੀਗਲ ਏਜੰਸੀਆਂ ਵਾ। ਅਤੇ ਬਾਕੀ ਜੇ ਤੁਹਾਡੀ ਡਾਇਰੈਕਟ ਕੰਪਨੀ ਨਾਲ ਗੱਲ ਹੋ ਜਾਂਦੀ ਹੈ, ਜਾਂ ਤੁਹਾਡਾ ਕੋਈ ਯਾਰ ਦੋਸਤ, ਸੱਜਣ ਮਿੱਤਰ ਤੁਹਾਡੀ ਕੰਪਨੀ ਦੇ ਵਿੱਚ ਸਿੱਧੀ ਗੱਲ ਕਰਾਉਂਦਾ CV ਭੇਜ ਕੇ, ਤਾਂ ਬਹੁਤ ਵਧੀਆ ਗੱਲ ਆ। ਇਹਨਾਂ ਚੀਜ਼ਾਂ ਤੁਹਾਡਾ ਖਹਿੜਾ ਛੁੱਟ ਜਾਊਗਾ। ਇਹ ਸੀਗੀ ਅੱਜ ਦੀ ਵੀਡੀਓ।
ਤੇ ਕਿਉਂਕਿ ਪ੍ਰੋਸੈਸ ਦੇ ਬਾਰੇ ਪੁੱਛਦੇ ਸੀਗੇ ਹਨਾ ਕਿ ਕੀ ਪ੍ਰੋਸੈਸ ਆ। ਕੋਈ ਬਹੁਤਾ ਲੰਬਾ ਚੌੜਾ ਪ੍ਰੋਸੈਸ ਨਹੀਂ ਆ, ਸਿਰਫ ਡਿਪੈਂਡ ਔਨ ਏਜੰਸੀ ਜਾਂ ਕੰਪਨੀ ਜਿਨ੍ਹਾਂ ਨੇ ਤੁਹਾਡਾ ਵਰਕ ਪਰਮਿਟ ਕਢਾ ਕੇ ਦੇਣਾ। ਤੇ ਤੁਹਾਡੀ ਜਿਹੜੀ ਜ਼ਿੰਮੇਵਾਰੀ ਆ, ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਤੇ PCC ਕਰਾਉਣੀ ਹੈ, ਜਾਂ ਇੱਕ ਬੈਂਕ ਸਟੇਟਮੈਂਟ ਹੁੰਦੀ ਹੈ 1.5 ਲੱਖ 1.5 ਲੱਖ ਰੁਪਏ ਦੀ। ਕੋਈ ਹੋਰ ਬਹੁਤੇ ਡਾਕੂਮੈਂਟ ਨਹੀਂ ਚਾਹੀਦੇ ਕਿ ਤੁਸੀਂ ਕੰਪਨੀ ਕੋਲ NOC ਮੰਗੋ ਜਾਂ ਕੁਛ ਨਹੀਂ ਹੈਗਾ। NOC ਤਾਂ ਚਾਹੀਦੀ ਹੁੰਦੀ ਹੈ ਜੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਵਾ, ਤੁਸੀਂ ਘੁੰਮਣ ਜਾਣਾ, ਵਾਪਸ ਆਉਣਾ ਵਾ। ਸੋ ਇੱਦਾਂ ਦੀ ਚੀਜ਼ਾਂ ਵਾ। ਵਰਕ ਪਰਮਿਟ ਵਾਸਤੇ NOC ਦੀ ਬਿਲਕੁਲ ਲੋੜ ਨਹੀਂ ਹੈਗੀ, ਤੁਸੀਂ ਜਾ ਸਕਦੇ ਆ। ਅਤੇ ਇਹ ਆ ਕਿ ਤੁਹਾਨੂੰ ਜੇ ਵਰਕ ਪਰਮਿਟ ਕਢਾਉਣ ਦੀ ਐਮਬੈਸੀ ਦੇ ਵਿੱਚ ਤੁਸੀਂ ਜਾਣਾ ਹੁੰਦਾ ਵਾ। ਅਤੇ ਹੁਣ ਕਤਰ ਦੇ ਵਿੱਚ ਦੋਹਾ 'ਚ ਐਮਬੈਸੀ ਆ, ਦੁਬਈ ਦੇ ਵਿੱਚ ਆਬੂ ਧਾਬੀ 'ਚ ਹੋਊਗੀ ਸ਼ਾਇਦ ਐਮਬੈਸੀ, ਜਾਂ ਦੁਬਈ ਦੇ ਵਿੱਚ ਹੋਊਗੀ, ਕੁਵੈਤ ਦੇ ਵਿੱਚ ਮਹਾਬੂਲੇ 'ਚ ਐਮਬੈਸੀ ਆ। ਇੱਦਾਂ ਸਿਸਟਮ ਆ। ਸੋ ਐਮਬੈਸੀ ਤੁਸੀਂ ਜਾਣਾ ਹੁੰਦਾ। ਸੋ ਇਹ ਸੀਗੀ ਅੱਜ ਦੀ ਵੀਡੀਓ। ਬਾਕੀ ਜੇ ਵੀਡੀਓ ਚੰਗੀ ਲੱਗੀ ਹੈ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਸੋ ਧੰਨਵਾਦ ਜੀ ਸਾਰਿਆਂ ਦਾ, ਥੈਂਕ ਯੂ।